ਵਲੀਮਾ ਜਿਹੜਾ ਮੈਦਾਨੇ ਜੰਗ ਬਣ ਗਿਆ। ਵਲੀਮਾ ਵੀ ਹਰ ਬੰਦਾ ਨਹੀਂ ਕਰ ਸਕਦਾ, ਨਾ ਹੀ ਇਤਨਾ ਬੰਦਾ ਅਫੋਰਡ ਕਰ ਸਕਦਾ ਪੂਰੇ ਖਾਨਦਾਨ ਨੂੰ ਇਕੱਠਾ ਕਰਨਾ, ਉਹਨਾਂ ਨੂੰ ਆਖਣਾ ਕਿ ਫੈਮਲੀਆਂ ਸਮੇਤ ਸਾਡੇ ਘਰ ਆਵਿਓ। ਇਹ ਹਰ ਬੰਦੇ ਦਾ ਹੌਸਲਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇੱਕ ਨੌਜਵਾਨ ਹੈ, ਇੱਕ ਪਿੰਡ ਦਾ ਰਹਿਣ ਵਾਲਾ ਸੀ, ਲੇਕਿਨ ਸ਼ਹਿਰ 'ਚ ਪੜ੍ਹਦਾ ਆ ਪਿਆ ਯੂਨੀਵਰਸਿਟੀ 'ਚ। ਉੱਥੇ ਇੱਕ ਕੁੜੀ ਪਸੰਦ ਆ ਗਈ ਸੀ, ਉਹਦੇ ਨਾਲ ਪਿਆਰ ਕਰਨ ਲੱਗ ਪਿਆ ਸੀ। ਘਰ ਆ ਕੇ ਆਪਣੇ ਆਖਦਾ ਕਿ ਕੁੜੀ ਮੈਨੂੰ ਇਸ ਤਰ੍ਹਾਂ ਸ਼ਹਿਰ 'ਚ ਪਸੰਦ ਆ ਗਈ ਹੈ, ਮੈਂ ਉਹਦੇ ਨਾਲ ਸ਼ਾਦੀ ਕਰਨੀ ਹੈ। ਜਿਸਲੇ ਅੱਬੇ ਨੂੰ ਪਤਾ ਲੱਗਾ, ਉਹਨੇ ਆਖਿਆ ਬਗੈਰਤਾ ਸਤ ਨੂੰ ਪੜ੍ਹਨ ਵਾਸਤੇ ਟੋਰਿਆ ਕਿ ਉੱਥੇ ਸ਼ਾਦੀਆਂ ਵਾਸਤੇ ਜਾਂ ਪਿਆਰਾਂ ਵਾਸਤੇ ਟੋਰਿਆ। ਉਹਨੇ ਆਖਿਆ ਤੁਸੀਂ ਜੋ ਮਰਜ਼ੀ ਕਰ ਲਓ, ਬਾਕੀ ਸਾਰੀਆਂ ਤੁਹਾਡੀਆਂ ਗੱਲਾਂ ਮੈਂ ਮੰਨਾਂਗਾ, ਲੇਕਿਨ ਸ਼ਾਦੀ ਮੈਂ ਉਸੇ ਕੁੜੀ ਨਾਲ ਕਰਨੀ ਹੈ। ਜਿਸਲੇ ਜ਼ਿਆਦਾ ਮਜਬੂਰ ਕੀਤਾ, ਉਹਨੇ ਕਿਹਾ ਠੀਕ ਹੈ, ਕੁੜੀ ਵਾਲਿਆਂ ਨੂੰ ਇਤਲਾਹ ਦੇ, ਅਸੀਂ ਜਾ ਕੇ ਕੁੜੀ ਤੱਕਣਾ ਚਾਹੁੰਦੇ। ਆਪੂ ਢੇਰ ਦੂਰ ਰਹਿੰਦੇ ਸੀ ਕਿ ਪਿੰਡ 'ਚ 2 ਕੁ ਘੰਟੇ ਲੱਗਦੇ, ਰਾਹ ਵੀ ਬੜਾ ਖਰਾਬ ਸੀ ਪਿੰਡ ਦਾ। ਲੇਕਿਨ ਜਿਸਲੇ ਕੁੜੀ ਵਾਲਿਆਂ ਨੂੰ ਪੈਗਾਮ ਪਹੁੰਚਾਇਆ ਤੇ ਕੁੜੀ ਵਾਲੇ ਤਿਆਰੀ ਕਰਨ ਲੱਗ ਪਏ। ਚਲੋ ਜੀ ਇਹ ਆ ਰਹੇ ਨੇ, ਪਿੰਡੂ ਕੋ ਸੌਖੇ ਬੰਦੇ ਨੇ। ਉਹ ਜਨਾਬ ਸੇ 6-7 ਬੰਦੇ ਇਕੱਠੇ ਹੋ ਕੇ ਗਏ। ਉਹਨਾਂ ਚੰਗੀਆਂ ਭਲੀਆਂ ਮੁੱਛਾਂ ਰੱਖੀਆਂ, ਕੁੱਲੇ ਬੰਨੇ। ਚਲੇ ਕੁੜੀ ਵਾਲਿਆਂ ਦੇ ਘਰ ਗਏ। ਛੋਟਾ ਜਿਹਾ ਉਹਨਾਂ ਦਾ ਘਰ ਸੀ, 2 ਕਮਰੇ ਸੀ। ਇਹ ਤੇ ਚੰਗੇ ਭਲੇ ਖੁੱਲੇ ਘਰਾਂ 'ਚ ਉੱਥੇ ਰਹਿੰਦੇ ਸੀ ਪਿੰਡਾਂ ਵਿੱਚ। ਚਲੇ ਅੰਦਰ ਵੜੇ, ਉਹ ਤੇ ਪਰੇਸ਼ਾਨ ਹੋ ਗਏ। ਮਾੜੇ ਜੇ ਬੰਦੇ ਸੀ, ਬਾਹਰੋਂ ਚੁੱਪ ਕਰਕੇ ਬਹਿ ਰਹੇ। ਅਗੂ ਕੁੜੀ ਵਾਲੇ ਆਪਣੀ ਜਗ੍ਹਾ ਤੇ ਪਰੇਸ਼ਾਨ ਸੀ, ਰੋਟੀ ਦਾ ਬੰਦੋਬਸਤ ਕਰਨ ਲੱਗ ਪਏ। ਉਹਨਾਂ ਜਨਾਬ ਬਿਰਿਆਨੀ ਵਗੈਰਾ ਤੇ ਪਲਾਓ ਵਗੈਰਾ ਸਭ ਕੁਝ ਬਣਾਇਆ ਉਹਨਾਂ ਵਾਸਤੇ। ਜਿਸਲੇ ਉਹ ਖਾਣ ਸ਼ੁਰੂ ਹੋਏ, ਤੁਹਾਨੂੰ ਪਤਾ ਪਿੰਡਾਂ ਦੇ ਬੰਦੇ ਚੰਗੇ ਲੇੜ ਕੇ ਖਾਂਦੇ ਨੇ, ਥੋੜੀ ਬਹੁਤ ਰੋਟੀ ਉਹ ਨਹੀਂ ਖਾਂਦੇ। ਉਹਨਾਂ ਚੰਗੀ ਟਿਕਾ ਕੇ ਜਿਸਲੇ ਰੋਟੀ ਖਾਧੀ, ਜਿਹੜੇ ਘਰ ਦੇ ਨੇ ਉਹਨਾਂ ਵਾਸਤੇ ਤੇ ਰੋਟੀ ਰਹੀ ਕੋਨਾ। ਹਾਲਾਂਕਿ ਹੋਰ ਮੰਗਦੇ ਸੀ ਉਹ ਪੇ, ਲੇਕਿਨ ਉਹਨਾਂ ਕੋਲ ਰਹੀ ਕੋਈ ਸੀ। ਉਹਨੇ ਤੁਹਾਡੇ ਵਾਸਤੇ ਹੁਣ ਚਾਹ ਬਣਾਈਏ, ਉਹ ਹਾਲਾਂਕਿ ਹੋਰ ਸਾਲਣ ਤੇ ਚਾਵਲ ਮੰਗਦੇ ਸੀ ਪੇ, ਲੇਕਿਨ ਉਹਨਾਂ ਨੇ ਇਗਨੋਰ ਕੀਤਾ। ਜ਼ਾਹਿਰੀ ਗੱਲ ਹੈ ਘਰ ਤੇ ਹੋਰ ਕੋਈ ਸ਼ੈ ਕੋ ਨਹੀਂ ਸੀ। ਬਹਰਾਲ ਜਿਸਲੇ ਖਾ ਪੀ ਕੇ ਚਾਹ ਸ਼ਾਹ ਪੀਤੀ, ਉਹਨਾਂ ਆਖਿਆ ਜੀ ਸਾਨੂੰ ਹੋਰ ਕੋਈ ਮਸਲਾ ਨਹੀਂ, ਸਾਡੀ ਕੁੜੀ ਜਿਹੜਾ ਹੋਰ ਪੜ੍ਹਨਾ ਚਾਹੁੰਦੀ ਹੈ ਅੱਗੇ, ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਬਾਕੀ ਸਾਨੂੰ ਕੋਈ ਮਸਲਾ ਨਹੀਂ। ਉਹਨਾਂ ਆਖਿਆ ਜੀ ਸਾਨੂੰ ਕੋਈ ਇਤਰਾਜ਼ ਨਹੀਂ, ਕੁੜੀ ਅਗਰ ਪੜ੍ਹਨਾ ਚਾਹੁੰਦੀ ਹੈ ਖਰਚਾ ਵੀ ਅਸੀਂ ਕਰਾਂਗੇ, ਤੈਨੂੰ ਹੋਟਲ ਵੀ ਇੱਥੇ ਲੈ ਕੇ ਦਿਆਂਗੇ ਜਿੱਥੇ ਪੜ੍ਹਾਈ ਕਰ ਰਹੀ। ਉਹਨਾਂ ਆਖਿਆ ਨਾ ਜੀ ਹੋਟਲ ਸ਼ੋਟਲ ਦੀ ਕੋਈ ਨਹੀਂ ਲੋੜ, ਇੱਥੇ ਘਰ ਹੀ ਰਹਿ ਲਵੇਗੀ, ਲੇਕਿਨ ਇਹ ਹੈ ਕਿ ਚਲੋ ਖਰਚਾ ਤੁਸੀਂ ਕਰ ਦਿਓਗੇ ਤੇ ਤੁਹਾਡੀ ਮਿਹਰਬਾਨੀ ਹੋਵੇਗੀ। ਉਹਨਾਂ ਆਖਿਆ ਕੋਈ ਮਸਲੇ ਮਸਾਇਲ ਵਾਲੀ ਗੱਲ ਨਹੀਂ ਹੈ। ਉਹ ਜਨਾਬ ਇਸ ਤਰ੍ਹਾਂ ਹੋਇਆ ਕਿ ਵਾਪਸ ਟੁਰ ਕੇ ਮੰਗਣੀ ਵਗੈਰਾ ਕਰਕੇ 2-3 ਵਾਰੀ ਸ਼ਹਿਰ ਵਿੱਚ ਆਏ, ਚੱਕਰ ਸ਼ੱਕਰ ਲਾ ਕੇ ਗਏ, ਕੋਈ ਸ਼ੋਪਿੰਗ ਵਗੈਰਾ ਕਰਨੀ ਸੀ ਨੇ। ਐਸੇ ਤਰ੍ਹਾਂ 6-7 ਬੰਦੇ ਆ ਜਾਂਦੇ ਸੀ। ਉਹ ਕੁੜੀ ਵਾਲੇ ਪਰੇਸ਼ਾਨ ਹੋ ਜਾਂਦੇ ਸੀ ਤਾਕੇ ਕਿ ਇਹ ਕੀ ਹੋ ਰਿਹਾ ਸਾਡੇ ਨਾਲ, ਕਿਉਂਕਿ ਬਾਰ-ਬਾਰ ਆਉਂਦੇ ਨੇ ਤੇ ਸਾਨੂੰ ਚੰਗਾ ਭਲਾ ਖਾਣਾ ਬਣਾਉਣਾ ਪੈਂਦਾ। ਉਹ ਤੇ ਤੰਗ ਉਹਨਾਂ ਕਿਹਾ ਜੇ ਇਸ ਤਰ੍ਹਾਂ ਹੀ ਆਉਂਦੇ ਰਹੇ ਸਾਡੇ ਘਰ ਤੇ ਕੱਖ ਵੀ ਨਹੀਂ ਰਹਿਣਾ। ਜ਼ਾਹਿਰੀ ਗੱਲ ਹੈ ਮਾੜੇ ਬੰਦੇ ਸੀ, ਉਹਨਾਂ ਵਾਸਤੇ ਤੇ ਬੜਾ ਮੁਸ਼ਕਲ ਸੀ 6-7 ਬੰਦਿਆਂ ਨੂੰ ਰੋਟੀ ਦੇਣਾ। ਖੈਰ ਚੁੱਪ ਕਰਕੇ ਉਹ ਤੇ ਇਸ ਤਰ੍ਹਾਂ ਸਿਸਟਮ ਚੱਲਦਾ ਰਿਹਾ। ਜਿਸ ਵੇਲੇ ਸ਼ਾਦੀ ਦਾ ਟਾਈਮ ਆਇਆ, ਉਹਨਾਂ ਨੇ ਆਖਿਆ ਠੀਕ ਹੈ ਜੀ ਤੁਸੀਂ ਬਾਰਾਤ ਜਿਹੜਾ ਫਲਾਣੇ ਦਿਹਾੜੇ ਲੈ ਕੇ ਆ ਜਾਓ। ਅੱਗੋਂ ਪਿੰਡਾਂ ਦੇ ਰਹਿਣ ਵਾਲੇ ਸੀ ਜਨਾਬ, ਉਹਨਾਂ ਦੇ ਪੂਰਾ ਖਾਨਦਾਨ ਬੁਲਾਇਆ ਸੀ ਆਪਣਾ ਸ਼ਾਦੀ ਤੇ। ਜ਼ਾਹਿਰੀ ਗੱਲ ਹਰ ਬੰਦੇ ਨਾਲ ਤਲੁਕਾਤ ਹੁੰਦੇ ਨੇ, ਪਿੰਡਾਂ ਦਾ ਸਿਸਟਮ ਹੋਰ ਹੁੰਦਾ ਤੇ ਸ਼ਹਿਰਾਂ ਦਾ ਹੋਰ ਹੁੰਦਾ। ਸ਼ਹਿਰ ਵਾਲੇ ਬੰਦੇ ਜਿਹੜੇ ਇੱਕ ਬੰਦਾ ਬੁਲਾਉਂਦੇ ਨੇ, ਜ਼ਿਆਦਾ ਨਹੀਂ ਬੁਲਾਉਂਦੇ। ਅੱਗੋਂ ਕੁੜੀ ਵਾਲਾ ਜਿਹੜਾ ਹੋਟਲ ਬੁੱਕ ਕੀਤੇ ਅਸੀਂ ਕਿ ਚਲੋ ਸ਼ਾਦੀ ਜਿਹੜੀ ਆ ਹੋਟਲ ਤੇ ਹੋਵੇਗੀ। ਉਹ ਜਨਾਬ ਪਿੰਡ ਵਾਲੇ ਜਿਹੜੇ ਪੂਰੀ ਤਿਆਰੀ ਸ਼ੇਰੀ ਕਰਕੇ, ਪਿੰਡ ਦਾ ਵੀ ਬੰਦਾ ਢੇਰ ਹੋ ਗਿਆ ਸੀ, ਗੱਡੀਆਂ ਭਰ ਕੇ ਜਨਾਬ ਭੰਗੜੇ ਭੁੰਗੜੇ ਪਾਉਂਦੇ। ਉਹ ਜਨਾਬ ਜਿਸਲੇ ਉੱਤੇ ਸ਼ਹਿਰ 'ਚ ਪਹੁੰਚੇ, ਕੁੜੀ ਵਾਲੇ ਤੇ ਆਪਣੇ ਨੂੰ ਸਮਝਿਆ ਸੀ ਕਿ 100-150 ਬੰਦਾ ਹੋਣਾ, ਸਾਨੂੰ ਕਿਹੜਾ ਕੋਈ ਮਸਲਾ ਮਸੈਲ ਹੋਣਾ। ਉਹਨਾਂ ਨੂੰ ਤਾਂ ਨਹੀਂ ਸੀ ਪਤਾ ਕਿ ਘਰ ਵੀ 7 ਬੰਦੇ ਆਏ ਸੀ ਤੇ ਹੁਣ ਕਿੰਨੇ ਕੁ ਬੰਦੇ ਆਵਣਗੇ। ਬਹਰਾਲ ਉਹ ਜਿਸਲੇ ਉਹਨਾਂ ਤੱਕਿਆ, ਉਹ ਤੇ ਵਾਮ ਮੁੱਕਣ 'ਚ ਨਹੀਂ ਸੀ ਆ ਰਹੀ। ਉਹ ਪਿੱਛੇ ਸੜਕ ਤੱਕ ਵਾਮ ਹੀ ਵਾਮ ਤੇ ਰਸ਼ ਪਿਆ। ਉਹਨਾਂ ਦੇ ਤੇ ਹੋਸ਼ ਹੀ ਉੱਡ ਗਏ ਕਿ ਸਾਡੇ ਨਾਲ ਹੋਣ ਕੇ ਲੱਗਿਆ, ਇਤਨੀ ਵਾਮ ਆ ਗਈ। ਅਸਾਂ ਤੇ ਆਖਿਆ 100-150 ਬੰਦਾ ਹੋਵੇਗਾ, ਲੇਕਿਨ ਖੈਰ ਉਹ ਕਰ ਵੀ ਕਹਿ ਸਕਦੇ ਸੀ। ਉਹ ਜਨਾਬ ਐਸਾ ਆਇਆ ਵਾਮ ਸਾਰੀ ਸੇ ਭੰਗੜੇ ਭੁੰਗੜੇ ਪਾਉਂਦੀ ਉੱਥੇ ਦਰਵਾਜ਼ੇ ਤੇ ਪਹੁੰਚ ਆਈ। ਅਗੂ ਜਿਸਲੇ ਹੋਟਲ ਦੇ ਅੰਦਰ ਗਏ, ਜ਼ਾਹਿਰੀ ਗੱਲ ਆ ਪਿੰਡਾਂ ਦੇ ਬੰਦੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਚੰਗਾ ਟਕਾ ਕੇ ਖਾਂਦੇ ਨੇ, ਹੌਸਲੇ ਨਾਲ ਖਾਂਦੇ ਨੇ। ਸ਼ਹਿਰ ਵਾਲੇ ਤੇ ਚੁੱਪ ਕਰਕੇ ਖਾਂਦੇ ਨੇ ਕਿ ਮੈਨੂੰ ਸ਼ੂਗਰ ਨਾ ਹੋ ਜਾਏ, ਮੇਰਾ ਪੇਟ ਨਾ ਖਰਾਬ ਹੋ ਜਾਏ, ਲੇਕਿਨ ਪਿੰਡਾਂ ਵਾਲੇ ਅੰਦਰ ਆਵਣ ਦੇ ਜੋ ਕੁਝ ਆਉਂਦਾ ਅਸੀਂ ਤੇ ਹਜ਼ਮ ਕਰ ਜਾਾਂਗੇ। ਉਹ ਜਨਾਬ ਇਸ ਤਰ੍ਹਾਂ ਆਇਆ ਜਿਸਲੇ ਅੰਦਰ ਗਏ, ਜ਼ਾਹਿਰੀ ਗੱਲ ਆ 100-150 ਬੰਦੇ ਦੀ ਗੱਲ ਹੋਈ ਸੀ। ਹੋਟਲ ਵਾਲੇ ਬੁਲਾਇਆ ਉਹਨਾਂ ਨੂੰ, ਉਹਨਾਂ ਆਖਿਆ ਗੱਲ ਸੁਣੋ, ਤੁਸੀਂ ਤੇ ਆਖਿਆ 100-150 ਬੰਦਾ, ਇਹ ਤੇ 700 ਬੰਦਾ ਹੋ ਗਿਆ, ਇਤਨਾ ਬੰਦਾ ਤੁਸੀਂ ਕਿੱਥੋਂ ਲੈ ਆਂਦਾ। ਉਹਨਾਂ ਆਖਿਆ ਜੀ ਸਾਨੂੰ ਵੀ ਨਹੀਂ ਸੀ ਪਤਾ। ਉਹਨਾਂ ਆਖਿਆ ਤੁਸੀਂ ਪੈਸੇ ਤੇ ਥੋੜੇ ਦਿੱਤੇ ਸੀ ਤੇ ਹੁਣ ਕੀ ਕਰਨਾ ਜੇ। ਉਹਨਾਂ ਆਖਿਆ ਅਸੀਂ ਕੀ ਕਹਿ ਸਕਨੇ ਆ, ਹੁਣ ਫਿਰ ਰੋਟੀ ਤੇ ਇਹਨਾਂ ਨੂੰ ਦੇਣੀ ਹੈ। ਉਹਨਾਂ ਆਖਿਆ ਜੀ ਦੂਸਰੀ ਬਾਰਾਤ ਦੀ ਜਿਹੜੀ ਹੈ ਉਹ ਸਾਡੇ ਕੋਲ ਰੋਟੀ ਪਈ ਹੈ ਤੇ ਅਸੀਂ ਇਹਨਾਂ ਨੂੰ ਦੇਣੇ ਆ, ਬਾਕੀ ਇਹ ਹੈ ਕਿ ਤੁਹਾਡਾ ਖਰਚਾ ਹੋਰ ਹੋ ਜਾਣਾ, ਤੁਸੀਂ ਤੇ ਖਾਲੀ 150 ਬੰਦੇ ਦਾ ਆਖੇ ਅਸੀਂ। ਉਹ ਜਨਾਬ ਚੁੱਪ ਕਰ ਗਏ। ਹੋਟਲ ਵਾਲੇ ਜਨਾਬ ਉਹਨਾਂ ਨੂੰ ਖਾਣਾ ਦੇਣਾ ਸ਼ੁਰੂ ਕੀਤਾ। ਹੋਟਲ ਵਾਲੇ ਵੀ ਥੱਕ ਗਏ ਉਹਨਾਂ ਨੂੰ ਖਾਣਾ ਦੇ ਕੇ। ਜ਼ਾਹਿਰੀ ਗੱਲ ਉਹ ਬਾਰ-ਬਾਰ ਟਰੇਵਾਂ ਲੈ ਕੇ ਆਵਣ ਤੇ ਉਹ ਜਨਾਬ ਮਕਾਈ ਜਾਣ। ਜੇ ਕੋਈ ਆਈਸਕ੍ਰੀਮ ਆਵੇ ਤੇ ਸਾਰੇ ਇੱਕ ਵਾਰੀ ਬੁੱਕ ਭਰ ਕੇ ਤੇ ਮੂੰਹ 'ਚ ਪਾ ਜਾਣ, ਪਲੇਟਾਂ ਆਪਣੀਆਂ ਭਰੀਆਂ। ਉਹ ਇਸ ਤਰ੍ਹਾਂ ਉਹਨਾਂ ਟਕਾ ਕੇ ਰੋਟੀ ਖਾਧੀ। ਜਿਸਲੇ ਸਹੀ ਬਰਾਤ ਰੱਜ ਗਈ ਜਨਾਬ, ਉਹਨਾਂ ਨੇ ਜਿਸਲੇ ਕੁੜੀ ਨੂੰ ਰੁਖਸਤ ਕਰਨਾ ਸੀ, ਸਿਰ ਰੁਖਸਤ ਕਰਨ ਲਈ ਤੇ ਜਨਾਬ ਉਸਲੇ ਵੀ ਢੇਰ ਉੱਥੇ ਰੋਲਾ ਪਿਆ। ਬਹਰਾਲ ਕੁੜੀ ਨੂੰ ਉਹ ਲੈ ਕੇ ਤੇ ਘਰ ਟੁਰ ਪਏ। ਜਿਸਲੇ ਘਰ ਟੁਰੇ ਤੇ ਜਨਾਬ ਅੱਗੂ
ਕੁੜੀ ਵਾਲੇ ਆਖਿਆ ਕਿ ਅਸੀਂ ਸੁਬਾਹ ਜੇ ਵਲੀਮੇ ਤੇ ਆਉਣਾ ਹੁਣ ਹੀ ਤੁਹਾਡੇ ਨਾਲ ਲਗੇ ਚੱਲਨੇ ਆ। ਉਹਨਾਂ ਆਖਿਆ ਜੀ ਠੀਕ ਹੈ ਨਾਲ ਲਗੇ ਜੋ। ਉਹ ਜਨਾਬ ਇਸੇ ਤਰ੍ਹਾਂ ਹੋਇਆ, ਸਾਰੇ ਜਿਹੜੇ ਫੈਮਿਲੀ ਵਾਲੇ ਬੰਦੇ ਨੇ ਤਿਆਰ ਹੋ ਕੇ ਇਹਨਾਂ ਤੇ ਜ਼ਿਆਦਾ ਬੰਦੇ ਆ, ਤੂੰ ਖੜੇ ਹੀ ਕੋਨਾ ਸ਼ਹਿਰੋਂ ਇਹਨਾਂ ਤੇ ਥੋੜੇ ਜਿਹੇ ਬੰਦੇ ਖੜੇ ਨਾ ਕਿਹਾ ਅਸਾਂ ਕਿਉਂ ਇੱਥੇ ਜ਼ਿਆਦਾ ਬੰਦੇ ਖੜਨੇ ਨੇ। ਉਹ ਜਨਾਬ ਜਿਸਲੇ ਉੱਥੇ ਬੰਦੇ ਗਏ ਸਾਰੇ ਉੱਥੇ ਪਿੰਡ 'ਚ ਪਹੁੰਚੇ, ਅੱਗੋਂ ਪਿੰਡ 'ਚ ਪੂਰੀ ਰਾਤ ਵਾਮ ਕਾਰ ਜਿਹੜਾ ਗਹਿਮਾ ਗਹਿਮੀ, ਅੱਗੋਂ ਫੈਮਲੀਆਂ ਜਿਹੜੀਆਂ ਨੇ ਉਹ ਕੋਈ ਇੱਧਰ ਸੋ ਰਿਹਾ ਕੋਈ ਇੱਧਰ ਸੋ ਰਿਹਾ। ਉਹ ਦੇਖ ਕੇ ਪਰੇਸ਼ਾਨ ਹੋ ਗਏ। ਜਿਸ ਮੁੰਡੇ ਦੀ ਸ਼ਾਦੀ ਸੀ ਉਹ ਵੀ ਜਿਹੜਾ ਚੁੱਪ ਕਰਕੇ ਮਹਿਮਾਨਾਂ ਦੀ ਖਿਦਮਤ ਕਰ ਰਿਹਾ ਸੀ, ਆਪਣੇ ਕਮਰੇ ਵਾਲ ਤੇ ਹੋ ਹੀ ਨਹੀਂ ਸੀ ਰਿਹਾ। ਅੱਗੋਂ ਕੁੜੀ ਦੀ ਅੰਮਾ ਜਿਹੜੀ ਹੈ ਕੁੜੀ ਕੋਲ ਜਾ ਕੇ ਬਹਿਰੀ ਉਹਨੇ ਕਿਹਾ ਪੁੱਤਰ ਇਹ ਕਿਹੜਾ ਕੰਮ ਹੋ ਗਿਆ, ਇਹ ਤੇ ਉੱਥੇ ਵੀ ਜਿਹੜਾ ਸਾਡੇ ਤੇ ਚੰਗਾ ਭਲਾ ਕਰਜ਼ਾ ਚੜ ਗਿਆ, ਇਹ ਤੇ ਹੋਟਲ ਵਾਲੇ ਹੁਣ ਸਵੇਰ ਸਾਨੂੰ ਦੱਸਣਗੇ ਸਾਡੇ ਨਾਲ ਕੀ ਕਰਦੇ ਨੇ, ਇਹਨਾਂ ਚੰਗੀ ਭਲੀ ਸਾਡੇ ਨਾਲ ਜ਼ਿਆਦਤੀ ਕਰ ਦਿੱਤੀ ਆ। ਉਹਨੇ ਆਖਿਆ ਅੰਮੀ ਤੁਸੀਂ ਚੁੱਪ ਕਰ ਜਾਓ, ਆਪੇ ਮੈਂ ਇਹਦੇ ਨਾਲ ਗੱਲ ਕਰ ਲਾਂਗੀ, ਪੈਸੇ ਅਸੀਂ ਇਹਨਾਂ ਕੋਲੋਂ ਦਵਾਂਗੇ, ਸਾਡੇ ਕੋਲੋਂ ਇੰਨੇ ਪੈਸੇ ਥੋੜੇ ਦੇਣ ਹੁੰਦੇ ਨੇ। ਉਹਨੇ ਆਖਿਆ ਚੱਲ ਸਹੀ ਹੈ ਪੁੱਤਰ ਤੂੰ ਗੱਲ ਕਰੀ ਨਹੀਂ ਤੇ ਅਸੀਂ ਕਰਜ਼ੇ ਹੀ ਡੁੱਬ ਜਾਾਂਗੇ। ਉਹਨੇ ਆਖਿਆ ਠੀਕ ਹੈ। ਪਰ ਕੁੜੀ ਇੰਤਜ਼ਾਰ ਕਰਦੀ ਰਹੀ, ਅੰਮਾ ਉਹਦੇ ਕੋਲ ਸੋ ਗਈ, ਲੇਕਿਨ ਮੁੰਡਾ ਜਿਹੜਾ ਉਹ ਕਮਰੇ 'ਚ ਕੋ ਨਾ ਆਇਆ। ਉਹ ਜਨਾਬ ਪਿੰਡ 'ਚ ਜਿਹੜਾ ਖਾਣੇ ਛਾਣੇ ਦੀ ਤਿਆਰੀ ਕਰ ਰਹੇ ਸੀ ਸੁਬਾਹ ਵਲੀਮੇ ਦੀ, ਉਹਨਾਂ ਹੋਟਲ ਛੋਟਲ ਤੇ ਬੁੱਕ ਕੋਈ ਨਹੀਂ ਸੀ ਕੀਤੇ। ਉਹਨਾਂ ਤੇ ਇਹ ਸੋਚਿਆ ਸੀ ਕਿ ਆਪਣੇ ਜਿਹੜਾ ਪਿੰਡ 'ਚ ਸਾਰਾ ਖਾਣਾ ਛਾਣਾ ਦੇਣਾ। ਜਨਾਬ ਸੁਬਾਹ ਜਿਸਲੇ ਦੇਗਾ ਸ਼ੇਗਾ ਸਾਰੀਆਂ ਬਣਨ ਲੱਗੀਆਂ, ਮੁੰਡਾ ਪੂਰੀ ਰਾਤ ਜਿਹੜਾ ਉਹ ਨਾਲ ਹੀ ਲੱਗਾ ਰਿਹਾ ਉੱਥੇ ਦੇਗਾਂ ਵਾਸਤੇ, ਮਹਿਮਾਨਾਂ ਵਾਸਤੇ ਖਿਦਮਤ ਕਰਨ ਵਾਸਤੇ। ਅੱਗੋਂ ਸੁਬਾਹ ਨਾਸ਼ਤੇ ਦਾ ਜਿਹੜਾ ਉਹ ਇੰਤਜ਼ਾਮ ਕਰਨ ਲੱਗ ਪਿਆ। ਇਹਨਾਂ ਤੇ ਚੰਗਾ ਭਲਾ ਖਰਚਾ ਕੀਤਾ, ਜ਼ਾਹਿਰੀ ਗੱਲ ਹਰ ਬੰਦਾ ਇਹਨਾਂ ਨੂੰ ਬੁਲਾਉਂਦਾ ਸੀ, ਇਹਨਾਂ ਵੀ ਤੇ ਉਹਨਾਂ ਤੇ ਲਾਣੇ ਸੀ ਪੈਸੇ। ਉਹ ਜਨਾਬ ਇਸ ਤਰ੍ਹਾਂ ਹੀ ਖਿਦਮਤ ਹੁੰਦੀ ਰਹੀ। ਜਿਸਲੇ ਵਲੀਮੇ ਦਾ ਟਾਈਮ ਹੋਇਆ ਦੇਗਾ ਸ਼ੇਗਾਂ ਪੂਰੀਆਂ ਤਿਆਰ ਹੋਈਆਂ ਸੀ। ਅੱਗੋਂ ਕੁੜੀ ਦੀ ਅੰਮਾ ਆਖਦੀ ਹੈ ਕਿ ਭਾਈ ਇੰਜ ਕਰੋ ਕਿ ਜਿਹੜਾ ਉੱਥੇ ਸਾਡਾ ਖਰਚਾ ਹੋਇਆ ਨਾ ਉਹ ਤੁਹਾਨੂੰ ਦੇਣਾ ਪਵੇਗਾ, ਕਿਉਂਕਿ ਸਾਡੇ ਕੋਲ ਤੇ ਇੰਨੇ ਪੈਸੇ ਕੋ ਨਹੀਂ ਆ। ਸੀ ਤੇ ਮਾੜੇ ਬੰਦੇ ਨੇ ਕਿਹਾ ਗੱਲ ਸੁਣ ਮੇਰੀ ਭੈਣ, ਤੁਸੀਂ ਜਿਹੜਾ ਉੱਥੇ ਕੀਤਾ ਉਹ ਤੁਹਾਡਾ ਖਰਚਾ ਹੈ, ਜਿਹੜਾ ਅਸੀਂ ਇੱਥੇ ਕੀਤਾ ਇਹ ਸਾਡਾ ਖਰਚਾ, ਅਸੀਂ ਜਿਹੜਾ ਕਰ ਰਹੇ ਹਾਂ ਇਸ ਵਾਸਤੇ ਜਿਹੜਾ ਇਸ ਤਰ੍ਹਾਂ ਨਹੀਂ ਹੋਵੇਗਾ। ਉਹਨਾਂ ਕਿਹਾ ਭਾਈ ਸਾਡੇ ਕੋਲ ਤੇ ਪੈਸੇ ਕੋਈ ਨਹੀਂ, ਵਾਸਤਾ ਜੇ ਅਸੀਂ ਤੇ ਕਰਦੇ ਡੁੱਬ ਜਾਾਂਗੇ। ਉਹਨਾਂ ਕਿਹਾ ਮੈਂ ਕੁਝ ਵੀ ਨਹੀਂ ਕਰ ਸਕਦਾ। ਉਹ ਜਨਾਬ ਮੁੰਡਾ ਆਇਆ ਅੱਬੇ ਕੋਲ ਆ ਕੇ ਕਹਿੰਦਾ ਅੱਬਾ ਜੀ ਇਹ ਕੰਮ ਠੀਕ ਨਹੀਂ ਹੈ। ਉਹ ਬਿਲਕੁਲ ਠੀਕ ਪਿਆ ਆਦੇ ਨੇ, ਮੈਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਮਾੜੇ ਬੰਦੇ ਨੇ। ਉਹਨੇ ਆਖਿਆ ਤੂੰ ਪਹਿਲਾਂ ਦੱਸਣਾ ਸੀ ਕੰਜਰਾ ਮਾੜੇ ਬੰਦੇ ਨੇ, ਅਸੀਂ ਜੇ ਕੋਈ ਇੰਤਜ਼ਾਮ ਕਰਨਾ ਹੁੰਦਾ ਅਸੀਂ ਕਰ ਦਿੰਦੇ, ਲੇਕਿਨ ਹੁਣ ਕੁਝ ਵੀ ਨਹੀਂ ਹੋ ਸਕਦਾ। ਉਹਨੇ ਆਖਿਆ ਅੱਬਾ ਜੀ ਜੋ ਮਰਜ਼ੀ ਕਰੋ, ਮੈਂ ਜਿਹੜਾ ਇਹਨਾਂ ਨੂੰ ਪੈਸੇ ਦੇਣੇ ਨੇ। ਉਹ ਅੱਗੋਂ ਅੱਬਾ ਜਿਹੜਾ ਤਾਕੇ ਗੁੱਸੇ ਹੋ, ਉਹਨੇ ਆਖਿਆ ਜਿਹੜੀਆਂ ਇੱਥੇ ਦੇਗਾਂ ਪੀਆਂ ਬਣਦੀਆਂ ਨੇ ਉਹਨਾਂ ਦਾ ਕੀ ਕਰਨੀ। ਉਹਨੇ ਆਖਿਆ ਅੱਬਾ ਜੀ ਇਹ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਲੇਕਿਨ ਮੈਂ ਇਹਨਾਂ ਤੇ ਬੋਝ ਨਹੀਂ ਪਾ ਸਕਦਾ। ਉਹ ਅੱਬਾ ਜਨਾਬ ਜਿਹੜਾ ਮੁੰਡੇ ਨਾਲ ਲੜਨ ਲੱਗ ਪਿਆ, ਉੱਥੇ ਚੰਗਾ ਭਲਾ ਮਸਲਾ ਬਣ ਗਿਆ। ਅੱਬਾ ਕਹਿੰਦਾ ਕਿ ਜੀ ਵਲੀਮਾ ਇਹ ਨਹੀਂ ਹੋਵੇਗਾ। ਉਹਨਾਂ ਆਖਿਆ ਵਲੀਮਾ ਕਿਉਂ ਨਹੀਂ ਹੋਣਾ, ਉਹ ਸਾਰੇ ਖਾਨਦਾਨ ਨਾਲ ਲਿਆ ਕੇ ਬੈਠੇ। ਉਹਨਾਂ ਆਖਿਆ ਭਾਈਆ ਚੁੱਪ ਕਰਕੇ ਬਹਿ ਜਾ, ਨਾ ਰੋਲਾ ਪਾ, ਕਿ ਮਸਲਾ ਬਣ ਗਿਆ। ਉਹਨੇ ਆਖਿਆ ਮਸਲਾ ਕੁਝ ਨਹੀਂ ਬਣਿਆ, ਮੈਂ ਹੁਣ ਇੱਕੋ ਹੀ ਗੱਲ ਪਿਆ ਕਰਨਾ ਕਿ ਕਿਸੇ ਬੰਦੇ ਨੂੰ ਇੱਥੇ ਰੋਟੀ ਨਹੀਂ ਦੇਣੀ, ਚੁੱਪ ਕਰਕੇ ਉੱਠ ਕੇ ਇੱਥੋਂ ਨਸਦੇ ਹੋ, ਕਿਉਂਕਿ ਰੋਟੀ ਮੈਂ ਕਿਸੇ ਨੂੰ ਖਾਣ ਨਹੀਂ ਦੇਣੀ, ਮੈਂ ਸਾਰੀ ਜਿਹੜੀ ਹੈ ਕੁੱਤਿਆਂ ਨੂੰ ਪਾ ਦਿਆਂਗਾ ਰੋਟੀ, ਲੇਕਿਨ ਦੇਣੀ ਕਿਸੇ ਨੂੰ ਨਹੀਂ। ਉਹ ਬਾਬੇ ਰਾਂ ਦਾ ਦਿਮਾਗ ਕਰੈਕ ਹੋ ਗਿਆ। ਉਹ ਸਾਰੇ ਮਿੰਨਤਾਂ ਕਰਨ ਲੱਗ ਪਏ, ਬੰਦੇ ਜਿਹੜੇ ਨੇ ਉਹ ਅੱਗੇ ਪਿੱਛੇ ਤੱਕਣ ਲੱਗ ਪਏ। ਕੋਈ ਤੇ ਜਿਹੜੇ ਗੈਰਤ ਵਾਲੇ ਸੀ ਉਹ ਉੱਠ ਕੇ ਟੁਰ ਕੇ ਉਹਨਾਂ ਆਖਿਆ ਜੀ ਅਸੀਂ ਰੋਟੀ ਛੋਟੀ ਕੋਈ ਨਹੀਂ ਖਾਣੀ, ਲੇਕਿਨ ਖੈਰ ਉੱਥੇ ਜਿਹੜੀ ਰੋਟੀ ਪਈ ਸੀ ਉਹ ਤੇ ਬਹੁਤ ਜ਼ਿਆਦਾ ਸੀ। ਉਹਨਾਂ ਸਾਰਿਆਂ ਨੂੰ ਆਖਿਆ ਬਾਬਾ ਜੀ ਠੰਡੇ ਹੋ ਜੋ, ਕੀ ਕਰਦੇ ਹੁੰਦੇ ਹੋ, ਇਤਨਾ ਖਾਨਦਾਨ ਆਏ ਆ, ਇਤਨਾ ਤੁਸੀਂ ਖਰਚਾ ਕੀਤੀ ਹੈ, ਇਤਨੀ ਮੁੰਡੇ ਦੀ ਇੱਜ਼ਤ ਬਣਾਈ ਜੀ, ਐਡੀ ਸੋਹਣੀ ਬਰਾਤ ਲੈ ਕੇ ਗਏ ਹੋ, ਤੇ ਹੁਣ ਜਿਹੜਾ ਤੁਸੀਂ ਨਵਾਂ ਕੰਮ ਖੋਲ ਲਿਆ। ਉਹਨੇ ਆਖਿਆ ਨਹੀਂ ਜੀ ਮੈਂ ਕਿਸੇ ਚੀਜ਼ ਤੇ ਕੰਟਰੋਲ ਨਹੀਂ ਕਰ ਸਕਦਾ, ਇਸ ਵਾਸਤੇ ਉਹਨੇ ਪਿੰਡ 'ਚ ਐਲਾਨ ਕਰਾਇਆ। ਉਹਨੇ ਆਖਿਆ ਜੀ ਮੇਰੇ ਖਾਨਦਾਨ ਦਾ ਜਿਹੜਾ ਵੀ ਬੰਦਾ ਰੋਟੀ ਖਾਏ ਉਹਦੇ ਤੇ ਹਰਾਮ ਹੈ, ਉਹਦੇ ਢਿੱਡ 'ਚ ਦਰਦ ਪਵੇ, ਉਹ ਜਿਹੜਾ ਉੱਥੇ ਹੀ ਮਰ ਜੇ ਅਗਰ ਇਹ ਰੋਟੀ ਖਾਏ ਤੇ। ਇਸ ਵਾਸਤੇ ਰੋਟੀ ਉਹ ਖਾਏ ਜਿਹਨੂੰ ਮੈਂ ਤੂੰ ਬੁਲਾਇਆ ਨਹੀਂ ਹੈ, ਉਹ ਬੰਦਾ ਰੋਟੀ ਖਾ ਕੇ ਜਾਏ। ਉਹ ਜਨਾਬ ਇਸੇ ਤਰ੍ਹਾਂ ਹੋਇਆ, ਬੰਦਿਆਂ ਨੇ ਕੋਸ਼ਿਸ਼ ਕੀਤੀ ਲੇਕਿਨ ਖਾਨਦਾਨ ਦੇ ਬੰਦੇ ਜਿਹੜਾ ਢੀਠ ਹੋ ਕੇ ਕੋਈ ਤੇ ਖਾ ਗਏ, ਬਾਕੀ ਜਿਹੜਾ ਰੋਟੀ ਉੱਤੇ ਖਰਾਬ ਹੋ ਗਈ। ਕੋਈ ਬੰਦਾ ਵੀ ਇਹਨਾਂ ਦੇ ਖਾਨਦਾਨ ਦਾ ਰੋਟੀ ਨਾ ਖਾਣ ਆਇਆ। ਅੱਗੋਂ ਉੱਥੇ ਚੰਗੀ ਭਲੀ ਤਬਾਹੀ ਮੱਚੀ ਪਈ ਸੀ। ਉਹ ਸਾਰਿਆਂ ਦੇ ਬਾਬੇ ਨੂੰ ਹੋ ਕੇ ਗਿਆ, ਇਤਨਾ ਖਰਚਾ ਵੀ ਬਾਬੇ ਨੇ ਖਰਚਾ ਵੀ ਜਿਹੜਾ ਉਹ ਸਾਰਾ ਉੱਥੇ ਲਾ ਦਿੱਤਾ। ਨਾਈਆਂ ਜਿਹੜੇ ਪੈਸੇ ਸ਼ੈਸੇ ਦੇਣੇ ਸੀ ਉਹ ਦੇ ਦਵਾ ਕੇ ਉਹਨੇ ਆਖਿਆ ਮੁੜਿਆ ਗੱਲ ਸੁਣ, ਗੱਲ ਹੁਣ ਇੱਕ ਹੀ ਆ, ਇਹ ਟੁਰ ਜਾ ਚੁੱਪ ਕਰਕੇ ਐਸੇ ਕੁੜੀ ਨਾਲ ਸ਼ਹਿਰ 'ਚ, ਤੈਨੂੰ ਮੈਂ ਆਪਣੇ ਘਰ 'ਚੋਂ ਨਹੀਂ ਰੱਖਣਾ। ਤੂੰ ਜੇ ਆਉਂਦਿਆਂ ਸਾਥ ਉਹਨਾਂ ਦੇ ਤੂੰ ਪੱਲੇ ਪੈ ਗਏ, ਤੂੰ ਸਾਰੀ ਉਹਨਾਂ ਦੀ ਹਮਾਇਤ ਕਰਨ ਲੱਗ ਪਏ, ਤੂੰ ਬਾਅਦ 'ਚ ਵੀ ਗੱਲ ਕਰ ਸਕਦਾ ਸੀ, ਤੂੰ ਵਲੀਮਿਆਂ ਦੇ ਦਿਹਾੜੇ ਮੇਰੇ ਨਾਲ ਗੱਲ ਕਰਨੀ ਸੀ। ਹੁਣ ਮੇਰਾ ਪੁੱਤਰ ਇਹ ਜ਼ਨਾਨੀ ਨੂੰ ਪਕੜ ਤੇ ਸ਼ਹਿਰ ਨੱਸ ਜਾ, ਮੈਂ ਤੈਨੂੰ ਇੱਥੇ ਕੋਈ ਨਹੀਂ ਰੱਖਣਾ। ਉਹਨੇ ਆਖਿਆ ਅੱਬਾ ਜੀ ਕੀ? ਉਹਨੇ ਆਖਿਆ ਮੈਂ ਨਹੀਂ ਜਾਣਦਾ, ਚੁੱਪ ਕਰਕੇ ਸ਼ਹਿਰ ਨੱਸ ਜਾ। ਉਹ ਜਨਾਬ ਚੁੱਪ ਕਰਕੇ ਉੱਥੇ ਸ਼ਹਿਰ ਨੱਸ ਗਿਆ। ਉਹਨੇ ਤੇ ਗੁੱਸਾ ਕੀਤਾ ਕਿ ਮੈਂ ਪਰਤ ਕੇ ਨਹੀਂ ਆਵਾਂਗਾ। ਉਹਨੇ ਜਿਸਲੇ ਸ਼ਹਿਰ ਜਾ ਕੇ ਤੱਕਿਆ, ਮੇਰਾ ਤੇ
ਖਰਚਾ ਸਾਰੇ ਘਰਦਿਆਂ ਨੇ ਚੁੱਕੇ ਅਸੀਂ, ਮੇਰੇ ਕੋਲ ਤਾਂ ਖਰਚਾ ਵੀ ਨਹੀਂ ਚੁੱਕਣ ਹੁੰਦਾ ਪਿਆ। ਉਹ ਬੜਾ ਪਰੇਸ਼ਾਨ ਹੋਇਆ। ਜ਼ਾਹਰੀ ਗੱਲ ਹੈ ਪਿੰਡ ਦਾ ਮਾਹੌਲ ਖੁੱਲਾ ਡੁੱਲਾ ਸੀ, ਛੋਟੇ ਜਿਹੇ ਘਰ 'ਚ ਰਹਿੰਦਾ ਸੀ ਪਿਆ। ਫਿਰ ਵਾਪਸ ਆਇਆ, ਆ ਕੇ ਮਿੰਨਤਾਂ ਕਰਨ ਲੱਗ ਪਿਆ। ਲੇਕਿਨ ਅੰਮਾ ਵੀ ਰੋਈ ਪਿੱਟੀ ਆਪਣੇ ਬੁੱਢੇ ਅੱਗੇ। ਉਹਨੇ ਆਖਿਆ ਨਾ ਇਸਰਾ ਕਰ, ਮੁੰਡੇ ਨੇ ਚੱਲ ਗਲਤੀ ਕਰ ਦਿੱਤੀ ਹੈ, ਹੁਣ ਤੂੰ ਐਡੀ ਵੱਡੀ ਸਜ਼ਾ ਨਾ ਦੇ, ਪੂਰਾ ਤੂੰ ਖਾਨਦਾਨ ਨਾਰਾਜ਼ ਕਰ ਦਿੱਤਾ ਹੈ, ਹੁਣ ਇਹ ਕੰਮ ਨਾ ਕਰ। ਬਹਰਹਾਲ ਬੁੱਢਾ ਕੋਨਾ ਰਾਜ਼ੀ। ਉਹਨੇ ਆਖਿਆ ਜੋ ਮਰਜ਼ੀ ਹੋ ਜੇ, ਮੈਂ ਸਾਰੀ ਜ਼ਿੰਦਗੀ ਇਹਦੇ ਨਾਲ ਨਹੀਂ ਬੋਲਣਾ। ਇਹ ਬੇਸ਼ੱਕ ਇਸ ਘਰ 'ਚ ਰਵਣ ਦੋਏ, ਲੇਕਿਨ ਮੈਂ ਮਰ ਵੀ ਜਾ, ਮੇਰੇ ਮੂੰਹ 'ਚ ਪਾਣੀ ਨਾ ਪਾਏ। ਇਸ ਵਾਸਤੇ ਇਹਨੂੰ ਆਖੋ ਇੱਥੇ ਬੇਸ਼ੱਕ ਰਵੇ, ਮੇਰੇ ਨਾਲ ਕੋਈ ਗੱਲ ਨਾ ਕਰੇ। ਉਹਨੇ ਆਖਿਆ ਮੇਰਾ ਲਾਦਾ ਕਮਰਾ ਕਰ ਦਿਓ, ਮੈਂ ਇਹਦਾ ਮੂੰਹ ਨਹੀਂ ਤੱਕਣਾ ਚਾਹੁੰਦਾ, ਨਾ ਹੀ ਇਸ ਕੁੜੀ ਦੇ ਹੱਥ ਦੀ ਰੋਟੀ ਖਾਣੀ ਹੈ। ਉਹ ਬਾਬਾ ਐਡੀ ਢੀਠ ਹੋ ਗਿਆ, ਐਡਾ ਜ਼ਿੱਦ ਕਰ ਗਿਆ। ਉਹ ਜਨਾਬ ਪਰਤ ਕੇ ਉਹਨੇ ਉਹਦੇ ਹੱਥ ਦੀ ਰੋਟੀ ਨਹੀਂ ਖਾਧੀ। ਕਦੇ ਕਦੇ ਇੰਝ ਵੀ ਹੁੰਦਾ, ਛੋਟੀ ਜੀ ਗੱਲ ਜਿਹੜੀ ਹੈ ਨਾ ਉਹ ਵਲੀਮੇ 'ਚ ਤਬਾਹੀ ਮਚਾ ਸਕਦੀ ਹੈ, ਕਿਸੇ ਵੀ ਗੱਲ 'ਚ ਤਬਾਹੀ ਮਚਾ ਸਕਦੀ ਹੈ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤੇ ਕੋਸ਼ਿਸ਼ ਕਰਿਆ ਕਰੋ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਿਆ ਕਰੋ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾ ਹਾਫਿਜ਼।